ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 32ਵਾਂ ਕਾਂਡ। ਸਾਹਮਣੇ ਰੋਪੜ ਦੀਆਂ ਪਹਾੜੀਆਂ ਦਿਸਣ ਲੱਗੀਆਂ। ਉੱਚਾਈ ਉੱਤੇ ਜਾ ਕੇ ਦੂਰ ਸਤਲੁਜ ਦੇ ਪਾਣੀ ਦੀਆਂ ਚਿਲਕੋਰਾਂ ਚਮਕੀਆਂ। ਇੱਥੇ ਅਚਾਨਕ ਪਹਾੜੀ ਓਲਿਓਂ ਪਿੰਡ ਨਿਕਲ ਆਉਂਦਾ। ਥੋੜ੍ਹੀ ਬੋਲੀ ਬਦਲ ਗਈ ਸੀ। ਆਪਣੇ ਰੌਂ 'ਚ ਬੋਲਦੇ ਲੋਕ ਥੋੜ੍ਹੇ ਧਿਆਨ ਨਾਲ ਸੁਣਨ ਤੋਂ ਹੀ ਸਮਝ ਆਉਂਦੇ। ਪਿੰਡਾਂ ਦੇ ਰਿਵਾਜੀ ਸੁਭਾਅ ਧੀਮੇ ਸਨ। ਕਿਸੇ ਗੱਲ 'ਤੇ ਜ਼ੋਰ ਦੇਣ ਲਈ ਤਲਵੰਡੀ ਵਰਗੀ ਜੋਸ਼ੀਲੀ ਆਵਾਜ਼ ਨਹੀਂ ਸੀ ਕੱਢਦੇ, ਸਗੋਂ ਆਖਰੀ ਲਫ਼ਜ਼ ਦੀ ਹਵਾ ਢਿੱਲੀ ਕਰ ਦਿੰਦੇ। ਪੱਧਰੇ ਖੇਤ ਸਿਰਫ ਪਿੰਡਾਂ ਦੇ ਨਜ਼ਦੀਕ ਹੀ ਦਿਸਦੇ। ਦੂਰ ਹੁੰਦੇ ਖੇਤ ਨਿਵਾਣਾ ਢਲਾਣਾਂ ਨਾਲ ਹੀ ਆਪਣੀਆਂ ਦੂਰੀਆਂ ਵਿਖਾਉਂਦੇ। ਕਣਕਾਂ ਗੋਭ 'ਤੇ ਆ ਗਈਆਂ ਸੀ। ਕਿਤੇ ਕਿਤੇ ਬੱਲਾਂ ਜਿੱਥੇ ਨਿਕਲ ਵੀ ਆਈਆਂ ਸੀ, ਆਪਣੇ ਆਪ ਨੂੰ ਸੰਭਾਲ ਨਹੀਂ ਸੀ ਰਹੀਆਂ। ਮੀਂਹਾਂ ਦੀ ਉਡੀਕ 'ਚ ਕਿਸਾਨਾਂ ਦੀ ਨਜ਼ਰ ਅਸਮਾਨ ਵੱਲ ਸੀ। ਵੈਰੋਵਾਲ ਤੋਂ ਇੱਥੋਂ ਤੱਕ ਕਿਸੇ ਪੜਾਅ 'ਚ ਕਿਤੇ ਵੀ ਮੀਂਹ ਪਿਆ ਨਜ਼ਰ ਨਹੀਂ ਸੀ ਆਇਆ। ਕੀਰਤਨ ਵੇਲੇ ਲੋਕਾਂ ਇਸ ਉਡੀਕ ਲਈ ਕਿਹਾ ਵੀ ਸੀ, ਸਾਈਂ ਮੀਂਹ ਵੀ ਗਾ ਦੇਣਾ। ਅੱਜ ਸਵੇਰੇ ਜਿਸ ਪਿੰਡ ਉਹ ਰੁਕੇ ਸੀ, ਤੁਰਨ ਵੇਲੇ ਇੱਕ ਬਿਰਧ ਚਿਹਰੇ ਨੇ ਉਹਨੂੰ ਆਵਾਜ਼ ਮਾਰੀ, ਮੇਰਾ ਇੱਕੋ ਪੁੱਤ ਤਾਂ। ਉਹੀ ਫਕੀਰ ਹੋ ਗਿਆ। ਆਵਾਜ਼ ਅੰਮੀ ਵਰਗੀ ਸੀ, ਪਰ ਮਰਦਾਨੇ ਨੇ ਹੈਰਾਨੀ ਨਾਲ ਵੇਖਿਆ। ਬਾਬਾ ਅੱਗੇ ਲੰਘ ਗਿਆ ਸੀ। ਮੈਂ ਬਥੇਰਾ ਪੁੱਛਿਆ, ਤੂੰ ਕਿਹੜੀ ਬੇੜੀ ਤਾਰਨੀ ਹੈ? ਮੈਨੂੰ ਦੱਸ ਤਾਂ ਸਹੀ। ਉਹਨੇ ਮਾਂ ਅੱਗੇ ਬੈਠੇ ਬਾਬੇ ਨੂੰ ਯਾਦ ਕਰਕੇ ਆਪਣੇ ਅੰਦਰ ਕੁਝ ਸਾਹਸ ਭਰਿਆ, ਪਰ ਅਜਿਹਾ ਉੱਤਰ ਤਾਂ ਉਹ ਵੀ ਸੁਣਨਾ ਨਹੀਂ ਸੀ ਚਾਹੁੰਦੀ। ਤੂੰ ਵੀ ਕਦੇ ਮਾਂ ਨੂੰ ਛੱਡਿਆ ਹੋਣਾ, ਕੀ ਕਹਿ ਕੇ ਆਇਆ? ਦੱਸ ਵੇ ਬੇਦਰਦਾ। ਇੰਨਾ ਕਹਿ ਉਹ ਵਾਪਸ ਮੁੜ ਗਈ ਸੀ, ਪਰ ਹੁਣ ਅੱਗੇ ਵਾਲੇ ਸਫ਼ਰ ਲਈ ਕਿਸੇ ਨਵੇਂ ਸਾਹਸ ਦੀ ਜ਼ਰੂਰਤ ਸੀ। ਉਹਨੇ ਇਸੇ ਬਹਾਨੇ ਕਈ ਵਾਰ ਲਾਲੋ ਨੂੰ ਯਾਦ ਕੀਤਾ। ਕਿਤੇ ਦੂਰ ਜਾ ਰਹੇ ਹਾਂ, ਪਤਾ ਨਹੀਂ ਲਾਲੋ ਸਫ਼ਰਾਂ ਦੀਆਂ ਗੱਲਾਂ ਸੁਣਾਉਣ ਦਾ ਮੁੜ ਕਦੋਂ ਮੌਕਾ ਮਿਲੇ। ਸ਼ੁਰੂ 'ਚ ਇੱਕ ਸਾਏ ਵਰਗਾ ਹਨੇਰਾ ਘੁੰਮਣ ਲੱਗ ਜਾਂਦਾ ਸੀ। ਉਹ ਤਾਂ ਨਹੀਂ ਘੁੰਮਿਆ, ਪਰ ਮਮਤਾ ਦਾ ਸਾਹਸ ਲੈ ਕੇ ਅੱਜ ਕਈ ਵਾਰ ਆਪਣੇ ਅੰਦਰ ਜਾਣ ਲਈ ਪੁੱਛਿਆ। ਫਿਰ ਤਲਵੰਡੀ ਵੱਲ ਘੁੰਮਿਆ। ਉਹ ਵੀ 12 ਸਾਲ ਬਾਅਦ ਸਭ ਅਧੂਰੀਆਂ ਗੱਲਾਂ ਦੇ ਸਿਰੇ ਉਵੇਂ ਜਿਵੇਂ ਰੱਖੀ ਬੈਠਾ ਦਿਸਿਆ। ਕੱਚੀਆਂ ਫਸਲਾਂ ਦੀ ਸਰਸਰਾਹਟ ਨਾਲ ਧਿਆਨ ਅੱਗੇ ਗਿਆ। ਕੋਈ ਪਿੰਡ ਨੇੜੇ ਹੀ ਦਿਸ ਰਿਹਾ ਸੀ। ਗੱਡਿਆਂ ਦਾ ਰਾਹ ਸੀ। ਲੋਕ ਰੋਪੜ ਵੱਲੋਂ ਖਰੀਦਦਾਰੀ ਕਰ ਵਾਪਸ ਮੁੜ ਰਹੇ ਸਨ। ਪੰਡਤ ਹਰਦਿਆਲ ਦੇ ਮੁੰਡੇ ਦੀ ਸ਼ਕਲ ਵਰਗਾ ਇੱਕ ਨੌਜਵਾਨ ਸਾਧ ਪਿੰਡ ਵੱਲੋਂ ਆਉਂਦਾ ਦਿਸਿਆ। ਦੋਵਾਂ ਦੀਆਂ ਮਾਵਾਂ ਨੂੰ ਨਮਸਕਾਰ। ਸਾਡੇ ਬਹਾਨੇ ਤੇਰੀ ਮਾਂ ਨੂੰ ਵੀ ਨਮਸਕਾਰ। ਪਹਿਲੇ ਪਲ ਤਾਂ ਮਰਦਾਨਾ ਬਹੁਤ ਉੱਚੀ ਹੱਸਿਆ, ਪਰ ਦੂਜੇ ਪਲ ਉਹ ਚੁੱਪ ਕਰ ਗਿਆ। ਪਰ ਉਸ ਨੌਜਵਾਨ ਸਾਧੂ ਦੀ ਹਾਸੀ ਉਦੋਂ ਤੱਕ ਸੁਣਦੀ ਰਹੀ ਜਦੋਂ ਤੱਕ ਦੂਰੀ ਨੇ ਉਹਨੂੰ ਸੁਣਨੋਂ ਨਾ ਹਟਾਇਆ। ਬਾਬੇ ਨੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਅੱਗੇ ਵਾਂਗ ਸਰੀਰ ਦਾ ਕੋਈ ਹਿੱਸਾ ਹਿਲਦਾ ਵੀ ਨਹੀਂ ਸੀ ਦਿਸਿਆ, ਜਿਸ ਤੋਂ ਮਰਦਾਨਾ ਕੋਈ ਅੰਦਾਜ਼ਾ ਲਾ ਸਕਦਾ। ਪਿੰਡ ਪਿੱਛੇ ਰਹਿ ਗਿਆ ਸੀ। ਮਰਦਾਨੇ ਨੂੰ ਆਪਣੇ ਕਹੇ ਲਫ਼ਜ਼ਾਂ ਨਾਲ ਕੁਝ ਅਸਹਿਮਤੀ ਸੀ। ਜੀ ਕਰਦਾ ਸੀ ਬਾਬਾ ਇਹਦੇ ਬਾਰੇ ਕੁਝ ਕਵੇ। ਆਪਣੇ ਅੰਦਰ ਜਮ੍ਹਾਂ ਹੋਈ ਸ਼ਕਤੀ ਇਸ ਵਾਰੀ ਰੋਕੀ ਕਿਉਂ ਨਹੀਂ ਗਈ? ਅਜਿਹੀਆਂ ਲੜੀਆਂ ਤਾਂ ਪਹਿਲਾਂ ਵੀ ਬਹੁਤ ਚੱਲੀਆਂ ਸੀ। ਇਹ ਮਾਂ ਦਾ ਵਿਛੋੜਾ ਤਾਂ ਤਲਵੰਡੀ ਤੋਂ ਪਿੱਛਾ ਕਰਦਾ ਆ ਹੀ ਰਿਹਾ ਸੀ। ਬਾਬਾ ਵੀ ਤਾਂ ਚੁੱਪ ਸੀ। ਮੈਨੂੰ ਇਸ ਵਾਰੀ ਕਾਹਲ ਕਿਉਂ ਪਈ ਸੀ? ਟੀਚਰਾਂ ਤਾਂ ਅਨੇਕਾਂ ਕੀਤੀਆਂ ਸੀ, ਪਰ ਇਸ ਵਾਰੀ ਇਹ ਕਿਸੇ ਮਰਾਸੀ ਦੀ ਟੀਚਰ ਨਹੀਂ ਸੀ। ਬਾਬਾ ਹਾਲੇ ਵੀ ਅੱਗੇ ਚੱਲ ਰਿਹਾ ਸੀ। ਇੱਕ ਤਾਂ ਬਾਬੇ ਨਾਲ ਇਹ ਬੜੀ ਮੁਸ਼ਕਿਲ ਹੈ, ਉਹ ਕੋਈ ਰੁਕਾਵਟ ਹੀ ਨਹੀਂ ਖੜੀ ਕਰਦਾ। ਕਿਤੋਂ ਵਰਜਦਾ ਹੀ ਨਹੀਂ। ਇੰਨੀ ਖੁੱਲ੍ਹ। ਆਪਣੇ ਆਪ ਥੱਕ ਜਾਈਦਾ। ਕੋਈ ਸੀਮਾ, ਕੋਈ ਘੇਰਾ ਤਾਂ ਹੋਵੇ। ਇਹ ਮਰਾਸੀ ਬ੍ਰਹਿਮੰਡ ਥੋੜ੍ਹਾ। ਫਿਰ ਉਹਨੂੰ ਯਾਦ ਆਇਆ, ਉਹਨੂੰ ਕੁਝ ਦੱਸਣ ਲਈ ਬਾਬੇ ਨੇ ਕੁਝ ਹੋਰ ਵੀ ਦਿੱਤਾ ਹੈ। ਉਹਨੇ ਛੋਟੇ ਬੱਚੇ ਵਾਂਗ ਰਬਾਬ ਛਾਤੀ ਉੱਪਰ ਕੀਤੀ। ਰਬਾਬ ਵੱਜੀ, ਅੱਗਿਓਂ ਉੱਤਰ ਸ਼ੁਰੂ ਹੋ ਗਿਆ। ਰਾਹੀਆਂ ਨੇ ਫਿਰ 2 ਜਣੇ ਸਤਲੁਜ ਵੱਲ ਗਾਉਂਦੇ ਜਾਂਦੇ ਵੇਖੇ। ਇਸ ਵੇਲੇ ਪੱਤਣ 'ਤੇ ਮਲਾਹ ਨਹੀਂ ਹੁੰਦੇ। ਅਜਨਬੀ ਸਮਝ ਸਧਾਰਨ ਲੋਕਾਂ ਪਿੱਛੋਂ ਆਵਾਜ਼ਾਂ ਮਾਰੀਆਂ। ਫਿਰ ਵੀ ਸਤਲੁਜ ਦੇ ਪੱਤਣ 'ਤੇ ਰਬਾਬ ਵੱਜਦੀ ਸੁਣਦੀ ਰਹੀ। ਪਹਿਲੀ ਬੇੜੀ ਉੱਤੇ ਚੜ੍ਹਨ ਵਾਲਿਆਂ ਲਈ ਉਹਨਾਂ ਸਵੇਰ ਦਾ ਕੀਰਤਨ ਕੀਤਾ। ਹਲਕਾ ਹਲਕਾ ਚਾਨਣ ਹੋ ਰਿਹਾ ਸੀ। ਜੋ ਵੀ ਪੱਤਣ 'ਤੇ ਆਉਂਦਾ ਸੁਰੀਲੀ ਆਵਾਜ਼ ਸੁਣ ਉੱਥੇ ਹੀ ਖੜ੍ਹ ਜਾਂਦਾ। ਫਿਰ ਉਹਨਾਂ ਦਰਿਆ ਪਾਰ ਕੀਤਾ। ਅੱਗੇ ਪੱਤਣ ਦੇ ਰਸਤੇ ਨੂੰ ਕਈ ਪਗਡੰਡੀਆਂ ਮਿਲਦੀਆਂ ਸੀ। ਉੱਤਰਦੇ ਸਾਰੀ ਇੱਕ ਵਗਦਾ ਰਸਤਾ ਪਹਾੜਾਂ ਵੱਲ ਜਾਂਦਾ ਦਿਸਿਆ। ਥੋੜ੍ਹੀ ਦੂਰ ਤੱਕ ਦਰਿਆਵੀ ਪੰਖੇਰੂਆਂ ਦੀਆਂ ਆਵਾਜ਼ਾਂ ਸੁਣੀਆਂ। ਫਿਰ ਰਾਹੀਆਂ ਦੀਆਂ ਘਰੇਲੂ ਗੱਲਾਂ ਸੁਣਨ ਲੱਗੀਆਂ। ਇੱਕ ਤਾਰੇ ਨਾਲ ਗਾਉਂਦੀ ਇੱਕ ਮੰਡਲੀ ਉਹਨਾਂ ਕੋਲੋਂ ਲੰਘੀ, ਪਰ ਮਰਦਾਨੇ ਦਾ ਧਿਆਨ ਅੱਗੇ ਸੀ। ਉਹਨੇ ਅੱਗੇ ਚੱਲਦੇ ਇੱਕ ਫਕੀਰ ਅੱਗੇ ਇੱਕ ਕੁੱਤਾ ਤੁਰ ਰਿਹਾ ਸੀ। ਕੁੱਤੇ ਦੇ ਮੂੰਹ 'ਚ ਫਕੀਰ ਦਾ ਕਾਸਾ ਸੀ। ਫਕੀਰ ਥੋੜ੍ਹੀ ਦੇਰ ਬਾਅਦ ਹੱਸਦਾ ਤੇ ਅੱਗੇ ਚੱਲਦੇ ਕੁੱਤੇ ਨੂੰ ਕਹਿ ਦਿੰਦਾ, ਜਦ ਭੁੱਖ ਲੱਗੀ ਖਾ ਲਈ। ਮੰਗਤੇ ਇੱਕ ਦੂਜੇ ਨੂੰ ਭੋਜਨ ਲਈ ਘੱਟ ਹੀ ਪੁੱਛਦੇ ਹੁੰਦੇ ਨੇ। ਵਾਹ ਫਕੀਰੋ, ਇੰਨੀ ਦਿਆ ਸਤਯੁਗੀਓ। ਇੱਕ ਰਾਹੀ ਦੀ ਜਜ਼ਬਾਤੀ ਆਵਾਜ਼ ਸੁਣੀ। ਬਦੋ ਬਦੀ ਸਵਰਗ 'ਚ ਨਾ ਸੁੱਟ, ਸਾਰੀ ਉਮਰ ਸਰੀਰ ਜਿੰਨੀ ਵਿੱਤ 'ਤੇ ਰਹਿ ਕੇ ਗੁਆਤੀ ਏ। ਬਾਕੀ ਦੀ ਆਵਾਜ਼ ਸਾਹਮਣੇ ਆਉਂਦੀ ਇੱਕ ਹੋਰ ਸਾਧਾਂ ਦੀ ਟੋਲੀ ਦੀਆਂ ਟੱਲੀਆਂ ਦੀਆਂ ਖੜਤਾਲਾਂ 'ਚ ਰੁਲ ਗਈ।
ਕੁੱਤੇ ਦੀ ਪੂਛ ਸਿੱਧੀ ਜੀ ਹੋ ਰਹੀ ਸੀ ਤੇ ਵਾਲ ਖੜੇ ਹੋ ਰਹੇ ਸੀ। ਉਹ ਸਹਿਮਤੀ ਲਈ ਕਦੇ-ਕਦੇ ਪਿੱਛੇ ਵੱਲ ਵੀ ਵੇਖਦਾ। ਚੱਲ ਲਿਆ, ਫੜਾ ਕਾਸਾ, ਤੇਰਾ ਭੌਂਕਣ ਨੂੰ ਜੀ ਕਰਦਾ, ਭੌਂਕ ਲੈ। ਉਹਨੇ ਹੌਲੀ ਜਿਹੀ ਉਹਦੇ ਮੂੰਹ 'ਚੋਂ ਕਾਸਾ ਫੜ ਲਿਆ। ਕਾਸਾ ਸੱਚਮੁੱਚ ਹੀ ਭੋਜਨ ਨਾਲ ਭਰਿਆ ਸੀ। ਕੁੱਤੇ ਦੀ ਭੌਂਕ ਦੇਰ ਤੱਕ ਪਿੱਠ ਪਿੱਛੇ ਸੁਣਦੀ ਰਹੀ, ਪਰ ਮਨ ਤਾਂ ਉਸ ਸਾਧ ਦੀ ਅਗਲੀ ਗੱਲ ਸੁਣਨ ਲਈ ਮਚਲ ਰਿਹਾ ਸੀ। ਸਾਹਮਣੇ ਪਹਾੜੀ ਦੀ ਵੱਖੀ 'ਚੋਂ ਬੱਕਰੀਆਂ ਦਾ ਇੱਜੜ ਉਤਰਦਾ ਦਿਸਿਆ। ਸਤਲੁਜ ਦੇ ਪਾਣੀ ਦੀ ਭਾਫ ਹੁਣ ਉਚਾਈ 'ਤੇ ਜਾ ਕੇ ਨੀਵੀਂ ਦਿਸਣ ਲੱਗੀ। ਮੋੜ ਕੱਟਦੇ ਸਾਰ ਨੇੜੇ ਹੀ ਟਿੱਬੀ ਉੱਤੇ ਇੱਕ ਸੁੰਨਸਾਨ ਝੌਂਪੜੀ ਦਿਸਣ ਲੱਗੀ। ਫਕੀਰੋ, ਲੰਘ ਨਾ ਜਾਣਾ, ਦੁੱਧ ਪੀ ਕੇ ਜਾਣਾ। ਸਾਹਮਣੇ ਵਾਲੀ ਪਹਾੜੀ ਤੋਂ ਇੱਕ ਆਜੜੀ ਨੇ ਆਵਾਜ਼ ਮਾਰੀ। ਜਦੋਂ ਝੌਂਪੜੀ 'ਚ ਪਹੁੰਚੇ ਉਦੋਂ ਤੱਕ ਆਜੜੀ ਦੁੱਧ ਲੈ ਵੀ ਆਇਆ। ਮੁੱਦਤਾਂ ਬਾਅਦ ਉਜਾੜ 'ਚ ਇਸ ਤਰ੍ਹਾਂ ਦਾ ਤਾਜ਼ਾ ਦੁੱਧ ਪੀਤਾ ਸੀ। ਮਰਦਾਨੇ ਨੇ ਵੇਖਿਆ ਆਜੜੀ ਬਾਬੇ ਵੱਲ ਬਹੁਤ ਧਿਆਨ ਨਾਲ ਵੇਖ ਰਿਹਾ ਸੀ। ਇਕੱਲੇ ਹੀ ਰਹਿੰਦੇ ਹੋ? ਬਾਬੇ ਦੀ ਆਵਾਜ਼ ਸੁਣੀ। ਹਾਂ ਸਾਈਂ, ਗ੍ਰਸਤੀਆਂ ਨਾਲੋਂ ਤਾਂ ਇਕਾਂਤ ਹੀ ਭਲੀ ਹੈ। ਫਿਰ ਖਰਿਆਂ ਨਾਲ ਕਦੋਂ ਮਿਲੋਗੇ? ਆਜੜੀ ਚੁੱਪ ਹੋ ਗਿਆ। ਫਿਰ ਜਦੋਂ ਬੱਕਰੀਆਂ ਦਾ ਮੋੜਾ ਲਾ ਕੇ ਮੁੜਿਆ ਉਦੋਂ ਤੱਕ ਬਾਬਾ ਕੋਲ ਪਏ ਉੱਚੇ ਪੱਥਰ 'ਤੇ ਜਾ ਬੈਠਿਆ ਸੀ। ਸਾਈਂ, ਬਹੁਤ ਲੋਕ ਸੁਮੇਰ ਪਰਬਤ ਵੱਲ ਜਾਂਦੇ ਮੇਰੇ ਕੋਲ ਰੁਕਦੇ ਜਾਂਦੇ ਨੇ। ਪਤਾ ਨਹੀਂ ਮੁੜਦੇ ਹੋਏ ਸੰਸਾਰ ਲਈ ਕੀ ਲੈ ਕੇ ਆਉਂਦੇ ਨੇ। ਫਿਰ ਉਹ ਕੁਝ ਦੱਸ ਕੇ ਵੀ ਨਹੀਂ ਜਾਂਦੇ। ਹੁਣ ਤੂੰ ਮੋੜਾ ਲਾ ਕੇ ਆਇਆ, ਕਦੇ ਮਨ ਦੇ ਮੋੜੇ ਵੀ ਲਾਏ ਨੇ? ਲਾਉਂਦਾ ਸਾਈਂ, ਕਦੇ-ਕਦੇ। ਇਹ ਸਿੱਜੜ ਵਾਂਗ ਫੇਰ ਖਿੰਡ ਜਾਂਦਾ। ਇੱਕ ਮੋੜਾ ਐਸਾ ਲਾਵੀਂ ਮੁੜ ਕੇ ਮੋੜਾ ਹੀ ਨਾ ਲਾਉਣਾ ਪਵੇ। ਸਾਈਂ, ਉਹ ਵਿਧੀ ਦੱਸ ਦਿਓ। ਮੇਰੇ ਕੋਲ ਤਾਂ ਇੱਜੜ ਹੀ ਬਹੁਤ ਵੱਡਾ ਹੈ। ਅੱਜ ਸੁੰਨਸਾਨ ਜਗ੍ਹਾ 'ਚ ਦੂਰ ਤੱਕ ਵੱਜਦੀ ਰਵਾਬ ਨਾਲ ਪਰਬਤਾਂ ਨੇ ਮੋੜਵੀਆਂ ਸਹਿਮਤੀਆਂ ਦਿੱਤੀਆਂ। ਦੂਜੇ ਦਿਨ ਰਾਹੀਆਂ ਨੇ ਐਵੇਂ ਵੇਖਿਆ ਜਿਵੇਂ ਤਿੰਨੋਂ ਬਹੁਤ ਦੇਰ ਤੋਂ ਜਾਣੇ ਪਛਾਣੇ ਹੋਣ। ਤੁਰਨ ਵੇਲੇ ਤੱਕ ਬਾਬਾ ਉਹਨੂੰ ਨਾਂ ਲੈ ਕੇ ਬੁਲਾਉਣ ਲੱਗ ਪਿਆ ਸੀ, ਬੁੱਢਣ ਸ਼ਾਹ। ਵਿਦਾਈ ਵੇਲੇ ਜਦੋਂ ਬੁੱਢਣ ਸ਼ਾਹ ਦੂਰ ਤੱਕ ਜਾਣ ਲਈ ਤੁਰਿਆ ਤਾਂ ਬਾਬੇ ਦੀ ਬਹੁਤ ਹੀ ਨਿਮਰ ਆਵਾਜ਼ ਸੁਣੀ, ਬੁੱਢਣ ਸ਼ਾਹ, ਇੱਜੜ ਗੁੰਮ ਹੋ ਜਾਏਗਾ। ਮਰਦਾਨੇ ਨੇ ਵੇਖਿਆ ਉਹਨੇ ਅਜਿਹਾ ਕੀ ਸੁਣ ਲਿਆ ਸੀ ਕਿ ਥੋੜ੍ਹੀ ਦੇਰ ਪਹਿਲਾਂ ਵਿਦਾਈ ਦੇ ਵਿਰਾਗ 'ਚ ਉਦਾਸ ਦਿਸਦਾ ਬੁੱਢਣ ਸ਼ਾਹ ਦਾ ਚਿਹਰਾ ਮੁੜ ਬੱਕਰੀਆਂ ਦੇ ਨਾਂ ਲੈ ਕੇ ਮੋੜੇ ਲਾਉਣ ਲੱਗ ਪਿਆ ਸੀ। ਅਜਿਹੀਆਂ ਆਵਾਜ਼ਾਂ ਅਗਲੀਆਂ ਕਈ ਟਿੱਬੀਆਂ ਤੱਕ ਸੁਣਦੀਆਂ ਰਹੀਆਂ। ਉਹਦੇ ਰੱਖੇ ਨਾਂ ਕਿੰਨੇ ਜੱਚਦੇ ਸੀ, ਸੁੰਦਰੀ, ਡੱਬੀ, ਭੋਡੀ, ਲਾਖੀ। ਬਹੁਤ ਦਿਨਾਂ ਤੋਂ ਸੁਪਨੇ 'ਚ ਭਿਕਸ਼ੂ ਨਹੀਂ ਸੀ ਦਿਸੇ। ਅੱਜ ਫੇਰ ਆਨੰਦ ਦਿਸਿਆ। ਕੰਢਾ ਤਾਂ ਦਰਿਆ ਦਾ ਹੀ ਸੀ, ਪਰ ਜਿਸ ਜਗ੍ਹਾ ਉਹ ਰੁਕਿਆ ਉਸ ਕਿਨਾਰੇ 'ਤੇ ਛੋਟੀ ਜਿਹੀ ਬੇੜੀ ਖੜੀ ਸੀ। ਇਸ ਤੋਂ ਪਹਿਲਾਂ ਕਿ ਮਰਦਾਨਾ ਪੁੱਛਦਾ ਚੱਪੂ ਕਿੱਥੇ ਨੇ, ਉਹ ਤੋਂ ਪਹਿਲਾਂ ਹੀ ਉਹਦੀ ਆਵਾਜ਼ ਸੁਣੀ, ਮਰਦਾਨਿਆ, ਤੈਨੂੰ ਵੀ ਮੇਰੇ ਵਾਂਗ ਦਿਸਦਾ ਨਹੀਂ? ਜਦੋਂ ਦਿਸਦਾ। ਦਰਿਆ ਦੀ ਪਿੱਠ ਪਿੱਛੇ ਪਾਣੀ ਦਾ ਸ਼ੋਰ ਸੁਣ ਰਿਹਾ ਸੀ। ਇਸ ਸ਼ੋਰ 'ਚ ਹੀ ਜਾਗ ਖੁੱਲ੍ਹ ਗਈ। ਕੋਲ ਬਾਬਾ ਸੁੱਤਾ ਪਿਆ ਸੀ। ਉਹ ਪੱਥਰ ਦੀ ਛੋਟੀ ਜਿਹੀ ਗੁਫਾ ਤੋਂ ਬਾਹਰ ਨਿਕਲਿਆ। ਕੱਲ੍ਹ ਬੁੱਢਣ ਸ਼ਾਹ ਦੀ ਝੌਪੜੀ ਤੋਂ ਜਿਹੜੀ ਨੈਣਾ ਦੇਵੀ ਦੂਰ ਦਿਸਦੀ ਸੀ, ਅੱਜ ਉਹਦੇ ਬਿਲਕੁਲ ਬਰਾਬਰ ਰਾਤ ਕੱਟ ਰਹੇ ਸੀ। ਉੱਥੇ ਹੀ ਕਹਿਲੂਰ ਦੇ ਰਾਜੇ ਦੇ ਕਿਲ੍ਹੇ ਦੀਆਂ ਮਸ਼ਾਲਾਂ ਦਾ ਚਾਨਣ ਚਮਕਦਾ ਸੀ। ਅੱਜ ਦੇ ਸਫ਼ਰ ਤੋਂ ਬਾਅਦ ਇਹਨਾਂ ਪਿੱਠ ਪਿੱਛੇ ਰਹਿ ਜਾਣਾ ਸੀ। ਅੱਜ ਦਿਨੇ ਦੁਪਹਿਰ ਵੇਲੇ ਇੱਕ ਸਾਧੂ ਕਹਿ ਰਿਹਾ ਸੀ, ਬੜੀ ਸੁੰਦਰ ਜਗ੍ਹਾ ਹੈ ਇਹਨਾਂ ਰਾਜਿਆਂ ਲਈ। ਪਿੱਠ ਪਿੱਛੇ ਭਾਰ ਚੁੱਕੀ ਆਉਂਦੇ ਰਾਹੀ ਨੇ ਮੋੜਵਾਂ ਉੱਤਰ ਦਿੱਤਾ ਸੀ, ਤੈਨੂੰ ਕੀ ਪਤਾ ਸਾਧਾ, ਪਹਾੜੀਆਂ ਦੇ ਦਰਦ ਤਾਂ ਮੈਦਾਨਾਂ ਤੱਕ ਵੀ ਨਹੀਂ ਜਾਂਦੇ। ਆਪ ਹੀ ਸੁਣਦੇ ਹਾਂ, ਆਪ ਹੀ ਉੱਤਰ ਦਿੰਦੇ ਹਾਂ। ਇੱਕ ਠੰਡੇ ਬੁੱਲੇ ਦੀ ਸੀਤ ਨਾਲ ਮਰਦਾਨਾ ਗੁਫਾ ਅੰਦਰ ਚਲਾ ਗਿਆ। ਉਮੀਦ ਤਾਂ ਇਹ ਸੀ ਕਿ ਹੁਣ ਨੀਂਦ ਨਹੀਂ ਆਏਗੀ। ਫਿਰ ਵੀ ਉਹਨੇ ਅੱਖਾਂ ਮੀਟ ਲਈਆਂ। ਇਹ ਕੋਈ ਸੰਜੋਗ ਸੀ ਜਾਂ ਜਾਣ-ਬੁੱਝ ਕੇ ਬਾਬਾ ਹੁਣ ਬਹੁਤ ਕਠਿਨ ਮਿਲਣੀਆਂ ਕਰਾ ਰਿਹਾ ਸੀ? ਇਹ ਕੋਈ ਪ੍ਰੀਖਿਆ ਦੀ ਆਖਰੀ ਘੜੀ ਸੀ? ਮਿਲਣੀ ਤਾਂ ਲੰਘ ਜਾਂਦੀ ਸੀ, ਪਰ ਉਹਦੇ ਲਈ ਅਗਲੇ ਪਲ ਬਹੁਤ ਸੰਭਲ ਕੇ ਚੱਲਣ ਵਾਲੇ ਹੁੰਦੇ ਸੀ। ਪਹਾੜੀ ਪਿੰਡ ਸਨ, ਜਿੰਨੇ ਨੇੜੇ ਦਿਸਦੇ ਓਨੇ ਨਜ਼ਦੀਕ ਹੁੰਦੇ ਨਹੀਂ। ਪਹੁੰਚਣ ਦੀ ਕਲਪਨਾ ਨਾਲੋਂ ਹਮੇਸ਼ਾ ਤੁਰ ਕੇ ਜ਼ਿਆਦਾ ਦੇਰ ਲੱਗਦੀ। ਘੁੰਮ ਕੇ ਪਗਡੰਡੀਆਂ ਅੱਗੇ ਦਿਸਦਾ ਪਿੰਡ ਓਨੀ ਦੂਰ ਨਜ਼ਰ ਆਉਂਦਾ ਰਹਿੰਦਾ। ਇਹ ਮੈਦਾਨਾਂ 'ਚ ਪਿੰਡ ਨਾ ਦਿਸਣ ਦੀ ਤਾਂਘ ਨਾਲੋਂ ਤਾਂ ਸੌਖਾ ਸੀ, ਪਰ ਸਰੀਰਕ ਥਕਾਵਟ ਬਹੁਤ ਹੋ ਰਹੀ ਸੀ। ਪਹਾੜਾਂ ਤੋਂ ਨੀਵੀਂ ਉਤਰਦੀ ਹਰਿਆਈ ਅੱਖਾਂ ਨੂੰ ਬਥੇਰਾ ਭਾਉਂਦੀ। ਉੱਚੀਆਂ ਪਹਾੜੀਆਂ ਦੀਆਂ ਕਤਾਰਾਂ ਦੂਰ ਸਹਿੰਦੇ ਉੱਚੀਆਂ ਹੁੰਦੀਆਂ ਦਿਸਦੀਆਂ। ਕਦੇ ਪਹਾੜਾਂ ਦੀਆਂ ਨੰਗੀਆਂ ਚੋਟੀਆਂ ਦੂਰੋਂ ਘਰਾਂ ਦੀਆਂ ਨੁਹਾਰਾਂ ਵਰਗੀਆਂ ਦਿਸਦੀਆਂ। ਫਿਰ ਵੀ ਸਾਰਾ ਦਿਨ ਚੱਲਦਿਆਂ ਸਰੀਰ ਥੱਕ ਕੇ ਚੂਰ ਹੋ ਜਾਂਦਾ। ਰਾਤ ਦੇ ਪੜਾਵਾਂ 'ਚ ਬਹੁਤ ਘੱਟ ਲੋਕ ਹੁੰਦੇ ਸੀ। ਬਹੁਤ ਹੀ ਛੋਟੇ ਮਾਜਰੇ ਸਨ। ਨਿਵਾਣਾ ਉਚਾਣਾਂ ਦੇ ਮਿਲਣ ਨੂੰ ਹੀ ਪੱਧਰੀ ਜਗ੍ਹਾ ਮੰਨ ਕੇ ਵਸੇ ਪਿੰਡ ਦੇ ਖੇਤ ਦੂਰੋਂ ਬੱਚਿਆਂ ਦੀਆਂ ਖੇਡਾਂ ਵਰਗੇ ਦਿਸਦੇ। ਛੋਟੇ ਕੱਦ ਦੇ ਲੋਕਾਂ ਅੱਗੇ ਡੰਗਰ ਵੀ ਛੋਟੇ ਕੱਦ ਦੇ ਸਨ। ਪਿੰਡਾਂ 'ਚੋਂ ਬਹੁਤ ਘੱਟ ਆਵਾਜ਼ਾਂ ਆਉਂਦੀਆਂ ਸਨ। ਪਿੰਡ ਤੋਂ ਬਾਹਰ ਲੋਕ ਇੱਕ ਦੂਜੇ ਨੂੰ ਦੂਰੀ ਤੋਂ ਕੂਕ ਮਾਰ ਕੇ ਸੱਦਦੇ। ਆਮ ਤੌਰ 'ਤੇ ਭਾਰ ਲੋਕਾਂ ਦੀਆਂ ਪਿੱਠਾਂ 'ਤੇ ਟਿਕਿਆ ਦਿਸਦਾ। ਸਾਹਮਣੇ ਵਾਲੇ ਨਾਲ ਗੱਲ ਕਰਨ ਲਈ ਉਹਨਾਂ ਦੀਆਂ ਅੱਖਾਂ
ਜ਼ੋਰ ਨਾਲ ਉੱਪਰ ਵੱਲ ਖੁੱਲ੍ਹਦੀਆਂ ਦਿਸਦੀਆਂ, ਪਰ ਉਹਨਾਂ ਦੀ ਨਿਮਰ ਬੋਲੀ ਸੁਣ ਕੇ ਘੂਰਦੀਆਂ ਅੱਖਾਂ ਦਾ ਸ਼ੱਕ ਦੂਰ ਹੋ ਜਾਂਦਾ। ਹੁਣ ਕਹਿਲੋਰ ਦੀ ਰਿਆਸਤ ਪਿੱਛੇ ਰਹਿ ਗਈ ਸੀ। ਫਿਰ ਵੀ ਕਈ ਵਾਰ ਸਤਲੁਜ ਪਹਾੜੀਆਂ ਕੋਲੋਂ ਖਹਿ ਕੇ ਲੰਘਦਾ ਦਿਸਿਆ। ਪੂਰਬ ਵੱਲ ਸੁਕੇਤ ਲੰਘ ਕੇ ਉਸ ਥਾਂ ਪੁੱਜੇ ਜਿੱਥੇ ਮੰਡੀ ਨਗਰ ਆਬਾਦ ਸੀ। ਇੰਨੀ ਉੱਚੀ ਜਗ੍ਹਾ ਵਪਾਰੀਆਂ ਦਾ ਇਕੱਠ ਵੇਖ ਕੇ ਮਰਦਾਨਾ ਹੈਰਾਨ ਹੋ ਗਿਆ ਸੀ। ਉੱਚਾਈਆਂ ਉੱਤੇ ਸਿਰਫ ਸਾਧੂ ਹੀ ਇਕੱਠੇ ਨਹੀਂ ਹੁੰਦੇ। ਇਹ ਮੈਦਾਨੀ ਇਲਾਕਿਆਂ ਵਰਗਾ ਵਪਾਰ ਕੇਂਦਰ ਸੀ। ਇੱਥੋਂ ਲੇਹ, ਯਾਰਕੰਦ, ਕਾਂਗੜਾ ਤੋਂ ਆਉਂਦੇ ਰਸਤੇ ਮਿਲਦੇ ਸੀ। ਇੱਥੋਂ ਹੁਸ਼ਿਆਰਪੁਰ, ਬਿਲਾਸਪੁਰ, ਸੁਕੇਤ ਤੋਂ ਵਪਾਰੀ ਵਪਾਰ ਲਈ ਆਉਂਦੇ। ਇਸ ਸਥਾਨ ਦਾ ਨਾਂ ਮੰਡੀ ਇਸੇ ਕਰਕੇ ਪਿਆ ਸੀ। ਤੀਜੇ ਦਿਨ ਉਹ 10 ਮੀਲ ਪੱਛਮ ਵੱਲ ਸਿਕੰਦਰ ਧਾਰ ਦੇ ਕੁੰਡ ਰਵਾਲਸਰ ਪਹੁੰਚੇ। ਰਵਾਲਸਰ ਹੁੰਦੇ ਹੋਏ ਮੰਡੀ ਤੋਂ ਉੱਤਰ ਪੱਛਮ ਵੱਲ ਚੱਲ ਕੇ ਜਵਾਲਾ ਜੀ ਪਹੁੰਚ ਗਏ। ਜਵਾਲਾ ਜੀ ਬਿਆਸ ਵਾਦੀ ਦੇ ਉੱਤਰੀ ਹਿੱਸੇ 'ਚ ਉਸ ਰਸਤੇ 'ਤੇ ਸੀ ਜੋ ਦੱਖਣ ਤੋਂ ਕਾਂਗੜੇ ਨੂੰ ਜਾਂਦਾ ਸੀ। ਨਦੌਣ ਤੋਂ ਜਵਾਲਾਮੁਖੀ ਥੋੜ੍ਹੀ ਦੂਰ ਉੱਤਰ ਵਿੱਚ ਸੀ। ਜਵਾਲਾ ਜੀ ਦੇ ਮੰਦਰ ਕਿਸੇ ਮੂਰਤੀ ਦੀ ਪੂਜਾ ਨਹੀਂ ਸੀ ਹੁੰਦੀ। ਪਹਾੜ ਦੀ ਚੋਟੀ ਉੱਤੇ ਇੱਕ ਲਾਟ ਨਿਕਲਦੀ ਦਿਸਦੀ ਜਿਹਦੀ ਲੋਕ ਪੂਜਾ ਕਰਦੇ ਸਨ। 2 ਮੰਜਿਆਂ ਜਿੰਨੀ ਇੱਕ ਛੋਟੀ ਜਿਹੀ ਟਿੱਬੀ ਉੱਤੇ ਉਹ ਦੋਵੇਂ ਬੈਠ ਗਏ। ਹਨੇਰਾ ਵਧਣ ਨਾਲ ਉਸ ਲਾਟ ਦੀ ਚਮਕ ਵਧਣ ਲੱਗੀ ਸੀ। ਠੰਡ ਵੀ ਕਾਫੀ ਵੱਧ ਗਈ ਸੀ। ਰਾਤ ਦੇ ਹਨੇਰੇ ਨਾਲ ਲਾਟ ਦੀ ਚਮਕ ਹੋਰ ਵੱਧ ਗਈ। ਰਾਤ ਦੇ ਟਿਕਾਣੇ ਲਈ ਹਾਲੇ ਕੋਈ ਛੱਤ ਲੱਭਣੀ ਸੀ। ਜਦੋਂ ਬੁੱਢਣ ਸ਼ਾਹ ਕੋਲੋਂ ਤੁਰੇ ਸੀ ਉਸ ਦਿਨ 15 ਵਿਸਾਖ ਸੀ। ਹਰ ਚੜ੍ਹਾਈ ਨਾਲ ਪਸੀਨਾ ਆਉਂਦਾ ਸੀ। ਹੌਲੀ ਹੌਲੀ ਉਹ ਥਾਵਾਂ ਆਉਣ ਲੱਗੀਆਂ ਜਿੱਥੇ ਪਸੀਨਾ ਤਾਂ ਆਉਂਦਾ ਸੀ ਪਰ ਉਹਦੇ ਨਾਲ ਹੀ ਠੰਡ ਲੱਗਣ ਲੱਗ ਪੈਂਦੀ ਸੀ। ਫਿਰ ਤਲਵੰਡੀ ਦੇ ਪੋਹ ਮਾਘ ਵਰਗੀਆਂ ਸਰਦ ਹਵਾਵਾਂ ਚੱਲਣ ਲੱਗੀਆਂ। ਹਾਲੇ ਜੇਠ ਦਾ ਮਹੀਨਾ ਚੱਲ ਰਿਹਾ ਸੀ। ਕੁਝ ਦਿਨ ਇੱਥੇ ਰਹਿ ਕੇ ਇੱਕ ਸਵੇਰ ਉਹ ਨਦੌਣ ਵਿੱਚ ਦੀ ਲੰਘਦੇ ਕਾਂਗੜੇ ਵਾਲੇ ਰਾਹ ਚੱਲ ਪਏ। ਰਸਤੇ 'ਚ ਕਾਂਗੜੇ ਨੂੰ ਰਾਹੀਆਂ ਨੇ ਨਗਰਕੋਟ ਤੇ ਕਿਸੇ ਭੀਮਕੋਟ ਬੋਲਿਆ। ਇੱਕ ਦੁਪਹਿਰ ਉਹ ਕਾਂਗੜੇ ਦੇ ਬਹੁਤ ਹੀ ਪੁਰਾਣੇ ਮੰਦਰ ਕੋਲ ਪਹੁੰਚੇ। ਪਰਦੇਸੀ ਵੇਖ ਇੱਕ ਪਾਂਡਾ ਮਰਦਾਨੇ ਨਾਲ ਗੱਲੀਂ ਪੈ ਗਿਆ। ਕਾਂਗੜੇ ਦੀ ਧਰਤੀ ਦੀ ਸ਼ਕਲ ਕੰਨ ਵਰਗੀ ਹੈ। ਮਾਇਆ ਜੋ ਮਹਾਦੇਵ ਦੀ ਘਰ ਵਾਲੀ ਸੀ, ਜਦੋਂ ਸਤੀ ਹੋਈ ਤਾਂ ਉਹਦੇ ਸਰੀਰ ਦੇ ਅੰਗ ਅੱਡ ਜਗ੍ਹਾ ਡਿੱਗੇ ਸੀ। ਉਹਦਾ ਕੰਨ ਤੇ ਸਿਰ ਇੱਥੇ ਡਿੱਗਿਆ ਸੀ ਜਿੱਥੇ ਆਹ ਮੰਦਰ ਬਣਿਆ ਦਿਸਦਾ। ਮਰਦਾਨਾ ਵੀ ਵੇਲ ਕੱਢ ਉਹਦੇ ਨਾਲ ਗੱਲੇ ਪੈ ਗਿਆ। ਪਾਂਡੇ ਵੀ ਆਪਣਾ ਪਿਛੋਕੜ ਲਾਹੌਰ ਕੋਲ ਹੀ ਦੱਸਿਆ। ਜਦ ਵੀ ਕੀਰਤਨ ਤੋਂ ਬਾਅਦ ਉਹ ਮਰਦਾਨੇ ਨੂੰ ਮਿਲਦਾ ਹਰ ਵਾਰੀ ਇਹੋ ਕਹਿੰਦਾ, ਯਾਰ ਗਾਉਣ ਵੇਲੇ ਤੂੰ ਕੁਝ ਹੋਰ ਹੀ ਹੋ ਜਾਂਦਾ। ਉਹ ਵੇਲ ਕੱਢ ਬਾਬੇ ਨਾਲ ਵੀ ਗੱਲਾਂ ਕਰ ਲੈਂਦਾ। ਉਹ ਕਾਂਗੜੇ ਤੋਂ ਕਾਫੀ ਦੂਰ ਤੱਕ ਛੱਡਣ ਵੀ ਆਇਆ ਸੀ। ਰਸਤੇ 'ਚ ਉਹਨੇ ਕੈਲਾਸ਼ ਪਰਬਤ ਤੱਕ ਸਾਰੇ ਸੌਖੇ ਰਾਹ ਦੱਸਦੇ ਸੀ। ਪਰ ਮੁੜਦੇ ਹੋਏ ਉਹ ਅਜੀਬ ਗੱਲ ਕਹਿ ਗਿਆ ਸੀ, ਮੈਂ ਤਾਂ ਕਾਂਗੜੇ ਦੇ ਰਾਜਾ ਰਾਮ ਨੰਦ ਦਾ ਜਸੂਸ ਹਾਂ। ਤੇਰਾ ਪਹਿਰਾਵਾ ਵੇਖ ਸ਼ੱਕ ਪੈ ਗਈ ਸੀ। ਮੈਨੂੰ ਕੀ ਪਤਾ ਸੀ ਤੂੰ ਉੱਪਰਲੇ ਦਾ ਜਸੂਸ ਹੈ। ਦੋਵੇਂ ਇੱਕ ਵਾਰ ਫੇਰ ਮਿਲ ਲਓ। ਮਰਦਾਨੇ ਨੇ ਬਾਬੇ ਦਾ ਹੱਸਦਾ ਚਿਹਰਾ ਵੇਖਿਆ। ਦੋਵੇਂ ਪਗਡੰਡੀ ਦੇ ਮੋੜ 'ਤੇ ਗਲਵੱਕੜੀ ਪਾ ਕੇ ਮਿਲੇ। ਉਹਨੇ ਬਾਬੇ ਦੇ ਪੈਰੀਂ ਹੱਥ ਲਾਏ। ਲੈ ਹੁਣ ਮੈਂ ਕੀੜਗ੍ਰਾਮ ਤੱਕ ਤੁਹਾਡੇ ਨਾਲ ਜਾਵਾਂਗਾ। ਉਹ ਤਿੰਨੋਂ ਪੂਰਬ ਵੱਲ ਜਾਂਦੀ ਪਗਡੰਡੀ 'ਤੇ ਚੱਲ ਪਏ। ਕਾਂਗੜੇ ਤੇ ਕੀੜਗ੍ਰਾਮ ਵਿਚਕਾਰ ਧਰਤੀ ਪੱਧਰੀ ਸੀ। ਪਹਾੜੀਆਂ ਦੀਆਂ ਥਕਾਵਟ ਇੱਥੇ ਲੈ ਗਈ ਸੀ। ਰਾਹ ਦਾ ਉਪੇਤੀ ਉਹਨਾਂ ਨੂੰ ਛੋਟੀਆਂ ਗੁਫਾਵਾਂ ਵਰਗੀਆਂ ਸਰਾਵਾਂ 'ਚ ਰਾਤ ਦੇ ਟਿਕਾਣੇ ਦੱਸਦਾ ਗਿਆ। ਉਂਝ ਵੀ ਕੀੜਗ੍ਰਾਮ ਤੱਕ ਉਹਦੇ ਹੀ ਰਾਜੇ ਦਾ ਰਾਜ ਸੀ। ਰਸਤੇ 'ਚ ਕਈ ਪੜਾਵਾਂ 'ਤੇ ਕੀਰਤਨ ਕੀਤਾ। ਕੀੜਗ੍ਰਾਮ ਮਤਲਬ ਬੈਜਨਾਥ ਵਿੱਚ 2 ਪ੍ਰਸਿੱਧ ਮੰਦਰ ਸੀ। ਕਦੇ ਇੱਥੇ ਕੀੜ ਕੌਮ ਵਰਗੇ ਪ੍ਰਸਿੱਧ ਕੌਮ ਦਾ ਵਾਸਾ ਸੀ। ਇਸੇ ਕਰਕੇ ਇਹਦਾ ਨਾਂ ਕੀੜਗ੍ਰਾਮ ਸੀ। ਦੋਵੇਂ ਮੰਦਰਾਂ ਅੱਗੇ ਸਵੇਰੇ ਸ਼ਾਮ ਕੀਰਤਨ ਸੁਣਨ ਲਈ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਸੀ। ਇੱਕ ਦਿਨ ਇੱਥੋਂ ਵੀ ਦੁਲਚੀ ਦਰੇ ਵੱਲ ਚਾਲੇ ਪਾ ਦਿੱਤੇ। ਧੰਨਵਾਦ। ਚੱਲਦਾ।